ਬੱਚਿਓ, ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਸੱਜਰੀ ਸਵੇਰ ਪਾਠਮਾਲਾ ਦਾ ਪਾਠ 6ਵਾਂ ਸਰੋਜਨੀ ਨਾਇਡੂ ਬਾਰੇ ਪੜ੍ਹਾਂਗੇ। ਸਰੋਜਨੀ ਨਾਇਡੂ ਨੂੰ ਭਾਰਤ ਦੀ ਕੋਇਲ ਵੀ ਕਿਹਾ ਜਾਂਦਾ ਹੈ। ਆਓ ਪਾਠ ਪੜ੍ਹੀਏ। ਸਰੋਜਨੀ ਨਾਇਡੂ ਇੱਕ ਪ੍ਰਸਿੱਧ ਕਵਿੱਤਰੀ, ਸੁਤੰਤਰਤਾ ਸੰਘਰਸ਼ ਵਿੱਚ ਭਾਗ ਲੈਣ ਵਾਲੀ ਪ੍ਰਸਿੱਧ ਰਾਸ਼ਟਰੀ ਨੇਤਾ ਦੇ ਰੂਪ ਵਿੱਚ ਪ੍ਰਸਿੱਧ ਸਨ। ਉਹਨਾਂ ਦੀ ਸੁਰੀਲੀ ਆਵਾਜ਼ ਦੇ ਕਾਰਨ ਉਹਨਾਂ ਨੂੰ ਭਾਰਤ ਦੀ ਕੋਇਲ ਦੀ ਉਪਾਧੀ ਪ੍ਰਦਾਨ ਕੀਤੀ ਗਈ ਸੀ। ਸਰੋਜਨੀ ਨਾਇਡੂ ਜੀ ਦਾ ਜਨਮ 13 ਫਰਵਰੀ 1879 ਈਸਵੀ ਨੂੰ ਹੈਦਰਾਬਾਦ ਵਿਖੇ ਹੋਇਆ। ਸ਼੍ਰੀ ਅਘੋਰਨਾਥ ਚੱਟੋਪਾਧਿਆਏ ਉਹਨਾਂ ਦੇ ਪਿਤਾ ਜੀ ਸਨ ਤੇ ਬਰਾਡਾ ਸੁੰਦਰੀ ਦੇਵੀ ਉਹਨਾਂ ਦੇ ਮਾਤਾ ਜੀ ਸਨ। ਉਹਨਾਂ ਦੇ ਪਿਤਾ ਵਿਗਿਆਨੀ ਅਤੇ ਸਿੱਖਿਆ ਸ਼ਾਸਤਰੀ ਸਨ ਤੇ ਮਾਤਾ ਜੀ ਇੱਕ ਕਵਿੱਤਰੀ ਸਨ। ਸਰੋਜਨੀ ਨਾਇਡੂ ਆਪਣੇ 8 ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ। ਪਿਤਾ ਜੀ ਦੀ ਇੱਛਾ ਸੀ ਕਿ ਸਰੋਜਨੀ ਅੰਗਰੇਜ਼ੀ ਅਤੇ ਗਣਿਤ ਵਿੱਚ ਨਿਪੁੰਨ ਹੋ ਕੇ ਵੱਡੀ ਵਿਗਿਆਨਕ ਬਣੇ, ਪਰ ਸਰੋਜਨੀ ਦਾ ਮਨ ਗਣਿਤ ਵਿੱਚ ਨਹੀਂ ਸੀ ਲੱਗਦਾ। ਉਹਨਾਂ ਦਾ ਬਚਪਨ ਤੋਂ ਹੀ ਸਾਹਿਤ ਵੱਲ ਝੁਕਾਅ ਸੀ, ਇਸ ਲਈ ਉਹਨਾਂ ਨੇ ਅੰਗਰੇਜ਼ੀ ਬਹੁਤ ਆਸਾਨੀ ਨਾਲ ਸਿੱਖ ਲਈ। ਉਹਨਾਂ ਨੂੰ ਕਿਤਾਬਾਂ ਨਾਲ ਬਹੁਤ ਪਿਆਰ ਸੀ। ਕੇਵਲ 13 ਸਾਲ ਦੀ ਉਮਰ ਵਿੱਚ ਸਰੋਜਨੀ ਨਾਇਡੂ ਨੇ 1300 ਪਦ ਵਾਲੀ ਝੀਲ ਦੀ ਰਾਣੀ ਨਾਮਕ ਕਵਿਤਾ ਅਤੇ ਲਗਭਗ 2000 ਲਾਈਨਾਂ ਦਾ ਇੱਕ ਵਿਸਤ੍ਰਿਤ ਨਾਟਕ ਲਿਖ ਕੇ ਅੰਗਰੇਜ਼ੀ ਭਾਸ਼ਾ ਉੱਤੇ ਆਪਣਾ ਅਧਿਕਾਰ ਸਿੱਧ ਕੀਤਾ। ਸਰੋਜਨੀ ਨਾਇਡੂ ਨੇ ਆਪਣੀ ਮਾਤਾ ਜੀ ਕੋਲੋਂ ਬੰਗਲਾ ਭਾਸ਼ਾ ਸਿੱਖੀ ਤੇ ਹੈਦਰਾਬਾਦ ਵਿੱਚ ਤੇਲਗੂ ਦੀ ਸਿੱਖਿਆ ਲਈ। ਉਹਨਾਂ ਨੂੰ ਸ਼ਬਦਾਂ ਦੀ ਜਾਦੂਗਰਨੀ ਮੰਨਿਆ ਜਾਂਦਾ ਸੀ, ਕਿਉਂਕਿ ਉਹ ਆਪਣੀ ਸਾਹਿਤ ਰਚਨਾ ਵਿੱਚ ਅਤੇ ਭਾਸ਼ਣ ਦਿੰਦੇ ਸਮੇਂ ਕਮਾਲ ਦੇ ਸ਼ਬਦਾਂ ਦਾ ਪ੍ਰਯੋਗ ਕਰਦੇ ਸਨ। ਸਰੋਜਨੀ ਨਾਇਡੂ ਨੇ 12 ਸਾਲ ਦੀ ਉਮਰ ਵਿੱਚ 10ਵੀਂ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ ਉਚੇਰੀ ਪੜ੍ਹਾਈ ਲਈ ਉਹਨਾਂ ਨੂੰ ਇੰਗਲੈਂਡ ਭੇਜ ਦਿੱਤਾ ਗਿਆ। ਉਹ ਲਗਭਗ 2 ਸਾਲ ਇੰਗਲੈਂਡ ਰਹੀ ਤੇ ਆਪਣੀਆਂ ਕਵਿਤਾਵਾਂ ਦੁਆਰਾ ਉੱਥੋਂ ਦੇ ਸਾਹਿਤਕਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਦ ਗੋਲਡਨ ਥ੍ਰੈਸ਼ਹੋਲਡ 1905 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ, ਜਿਸ ਦੀ ਬਹੁਤ ਪ੍ਰਸ਼ੰਸਾ ਹੋਈ। 1912 ਈਸਵੀ ਵਿੱਚ ਦ ਬਰਡ ਆਫ ਟਾਈਮ ਅਤੇ 1917 ਈਸਵੀ ਵਿੱਚ ਦ ਬ੍ਰੋਕਨ ਵਿੰਗ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਏ। ਇੰਗਲੈਂਡ ਤੋਂ ਵਾਪਸ ਭਾਰਤ ਪਰਤ ਕੇ ਉਹਨਾਂ ਦਾ ਡਾਕਟਰ ਗੋਵਿੰਦਰਾਜੁਲੂ ਨਾਇਡੂ ਨਾਲ ਵਿਆਹ ਕਰਵਾ ਲਿਆ। ਡਾਕਟਰ ਗੋਵਿੰਦਰਾਜੁਲੂ ਇੱਕ ਫੌਜੀ ਡਾਕਟਰ ਸਨ। ਉਹਨਾਂ ਨੇ ਆਪਣਾ ਗ੍ਰਹਿਸਥੀ ਜੀਵਨ ਬਹੁਤ ਸੁਚੱਜੇ ਰੂਪ ਨਾਲ ਗੁਜ਼ਾਰਿਆ ਤੇ 4 ਬੱਚਿਆਂ ਨੂੰ ਜਨਮ ਦਿੱਤਾ। 1914 ਈਸਵੀ ਵਿੱਚ ਸਰੋਜਨੀ ਨਾਇਡੂ ਦੀ ਮਹਾਤਮਾ ਗਾਂਧੀ ਨਾਲ ਮੁਲਾਕਾਤ ਹੋਈ। ਉਸ ਮੁਲਾਕਾਤ ਨੇ ਉਹਨਾਂ ਦੇ ਜੀਵਨ ਦਾ ਉਦੇਸ਼ ਬਦਲ ਕੇ ਰੱਖ ਦਿੱਤਾ। ਉਹਨਾਂ ਨੇ ਆਜ਼ਾਦੀ ਦੇ ਸੰਗਰਾਮ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਆਰੰਭ ਕਰ ਦਿੱਤਾ। ਉਹਨਾਂ ਨੇ ਗਾਂਧੀ ਜੀ ਦੁਆਰਾ ਚਲਾਏ ਲੂਣ ਸੱਤਿਆਗ੍ਰਹਿ ਦੀ ਸਫਲਤਾ ਲਈ ਦਿਨ ਰਾਤ ਲਗਾ ਦਿੱਤਾ। ਉਹ ਰਾਸ਼ਟਰੀ ਨੇਤਾ ਬਣ ਗਈ ਤੇ ਉਹਨਾਂ ਦੀ ਕਾਬਲੀਅਤ ਵੇਖਦੇ ਹੋਏ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਆਪਣਾ ਪ੍ਰਧਾਨ ਬਣਾ ਦਿੱਤਾ। ਇੱਕ ਔਰਤ ਲਈ ਇੰਨੀ ਵੱਡੀ ਪਾਰਟੀ ਦਾ ਪ੍ਰਧਾਨ ਬਣਨਾ ਕੋਈ ਆਮ ਗੱਲ ਨਹੀਂ ਸੀ। ਉਹਨਾਂ ਨੇ ਬੜੇ ਜੋਸ਼ ਨਾਲ ਸੌਂਪੀ ਗਈ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ। ਆਜ਼ਾਦੀ ਪ੍ਰਾਪਤੀ ਤੋਂ ਬਾਅਦ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਲਈ ਉਹਨਾਂ ਨੂੰ ਉੱਤਰ ਪ੍ਰਦੇਸ਼ ਦੀ ਗਵਰਨਰ ਨਿਯੁਕਤ ਕੀਤਾ ਗਿਆ। ਉੱਤਰ ਪ੍ਰਦੇਸ਼ ਜਨਸੰਖਿਆ ਦੇ ਵਿਸਥਾਰ ਪੱਖੋਂ ਕਾਫੀ ਵਿਸ਼ਾਲ ਪ੍ਰਦੇਸ਼ ਸੀ, ਪਰ ਸਰੋਜਨੀ ਨਾਇਡੂ ਨੇ ਆਪਣੀ ਰਾਜਨੀਤਿਕ ਫਰਜ਼ਾਂ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ। ਰਾਜਨੀਤਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ ਉਹਨਾਂ ਵਿੱਚ ਸਾਹਿਤ ਰੁਚੀ ਹਮੇਸ਼ਾ ਕਾਇਮ ਰਹੀ। ਉਹਨਾਂ ਨੇ ਪਰਿਵਾਰਕ, ਸਮਾਜਿਕ, ਸਾਹਿਤਕ, ਰਾਜਨੀਤਿਕ ਆਦਿ ਅਤੇ ਹਰ ਖੇਤਰ ਵਿੱਚ ਆਪਣੀ ਧਾਕ ਜਮਾਈ। 2 ਮਾਰਚ 1949 ਈਸਵੀ ਨੂੰ ਉਹਨਾਂ ਦੀ ਮੌਤ ਹੋ ਗਈ। ਉਹ ਭਾਵੇਂ ਸਰੀਰਕ ਰੂਪ ਵਿੱਚ ਸਾਡੇ ਵਿੱਚ ਮੌਜੂਦ ਨਹੀਂ ਹਨ, ਪਰ ਭਾਰਤੀਆਂ ਦੇ ਦਿਲਾਂ ਉੱਪਰ ਉਹਨਾਂ ਦਾ ਰਾਜ ਹਮੇਸ਼ਾ ਕਾਇਮ ਰਹੇਗਾ। 13 ਫਰਵਰੀ 1964 ਈਸਵੀ ਨੂੰ ਉਹਨਾਂ ਦੀ ਜਯੰਤੀ ਦੇ ਮੌਕੇ ਤੇ ਭਾਰਤ ਸਰਕਾਰ ਨੇ ਉਹਨਾਂ ਦੇ ਸਨਮਾਨ ਵਿੱਚ 15 ਪੈਸੇ ਦਾ ਡਾਕ ਟਿਕਟ ਜਾਰੀ ਕਰਕੇ ਉਹਨਾਂ ਪ੍ਰਤੀ ਆਪਣੀ ਸ਼ਰਧਾਂਜਲੀ ਪ੍ਰਗਟ ਕੀਤੀ। ਭਾਰਤ ਵਾਸੀ ਉਹਨਾਂ ਦੇ ਮਹਾਨ ਕਾਰਜਾਂ ਕਾਰਨ ਹਮੇਸ਼ਾ ਸਰੋਜਨੀ ਨਾਇਡੂ ਜੀ ਨੂੰ ਯਾਦ ਰੱਖਣਗੇ।
ਪਿਆਰੇ ਬੱਚਿਓ, ਸਰੋਜਨੀ ਨਾਇਡੂ ਭਾਰਤੀ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਬਣਨ ਵਾਲੀ ਪਹਿਲੀ ਔਰਤ ਸਨ ਤੇ ਇਸ ਦੇ ਨਾਲ ਹੀ ਪਹਿਲੀ ਗਵਰਨਰ ਔਰਤ ਹੋਣ ਦਾ ਮਾਣ ਵੀ ਉਹਨਾਂ ਨੂੰ ਪ੍ਰਾਪਤ ਸੀ। ਆਓ ਹੁਣ ਆਪਾਂ ਇਸ ਪਾਠ ਦਾ ਅਭਿਆਸ ਕਰਦੇ ਹਾਂ। ਪ੍ਰਸ਼ਨ ਉੱਤਰ। ਸਰੋਜਨੀ ਨਾਇਡੂ ਦੇ ਜਨਮ ਅਤੇ ਮਾਤਾ ਪਿਤਾ ਬਾਰੇ ਲਿਖੋ। ਉੱਤਰ। ਸਰੋਜਨੀ ਨਾਇਡੂ ਦਾ ਜਨਮ 13 ਫਰਵਰੀ 1879 ਈਸਵੀ ਨੂੰ ਹੈਦਰਾਬਾਦ ਵਿਖੇ ਹੋਇਆ। ਸ਼੍ਰੀ ਅਘੋਰਨਾਥ ਚੱਟੋਪਾਧਿਆਏ ਉਹਨਾਂ ਦੇ ਪਿਤਾ ਜੀ ਤੇ ਬਰਾਡਾ ਸੁੰਦਰੀ ਉਹਨਾਂ ਦੇ ਮਾਤਾ ਜੀ ਸਨ। ਪ੍ਰਸ਼ਨ ਦੂਜਾ। ਸਰੋਜਨੀ ਨਾਇਡੂ ਦੀ ਵਿੱਦਿਆ ਪ੍ਰਾਪਤੀ ਬਾਰੇ ਕੁਝ ਸਤਰਾਂ ਲਿਖੋ। ਉੱਤਰ। ਸਰੋਜਨੀ ਨਾਇਡੂ ਨੇ ਬੰਗਲਾ ਭਾਸ਼ਾ ਆਪਣੀ ਮਾਤਾ ਜੀ ਕੋਲੋਂ ਸਿੱਖੀ ਤੇ ਹੈਦਰਾਬਾਦ ਵਿੱਚ ਤੇਲਗੂ ਦੀ ਸਿੱਖਿਆ ਲਈ। ਉਹਨਾਂ ਨੇ ਅੰਗਰੇਜ਼ੀ ਭਾਸ਼ਾ ਬੜੀ ਆਸਾਨੀ ਨਾਲ ਸਿੱਖ ਲਈ, ਪਰ ਗਣਿਤ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ ਸੀ। ਉਹਨਾਂ ਨੇ 12 ਸਾਲ ਦੀ ਉਮਰ ਵਿੱਚ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਤੇ ਇਸ ਤੋਂ ਬਾਅਦ ਉਚੇਰੀ ਪੜ੍ਹਾਈ ਲਈ ਇੰਗਲੈਂਡ ਚਲੇ ਗਏ। ਪ੍ਰਸ਼ਨ ਤੀਜਾ। ਸਰੋਜਨੀ ਨਾਇਡੂ ਦੇ ਗ੍ਰਹਿਸਥੀ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ? ਉੱਤਰ। ਸਰੋਜਨੀ ਨਾਇਡੂ ਨੇ ਡਾਕਟਰ ਗੋਵਿੰਦਰਾਜਲ ਨਾਇਡੂ ਨਾਲ ਵਿਆਹ ਕਰਵਾ ਕੇ ਆਪਣਾ ਗ੍ਰਹਿਸਥੀ ਜੀਵਨ ਬਹੁਤ ਹੀ ਸੁਚੱਜੇ ਢੰਗ ਨਾਲ ਗੁਜ਼ਾਰਿਆ ਤੇ 4 ਬੱਚਿਆਂ ਨੂੰ ਜਨਮ ਦਿੱਤਾ। ਪ੍ਰਸ਼ਨ ਚੌਥਾ। ਸਰੋਜਨੀ ਨਾਇਡੂ ਨੇ ਰਾਸ਼ਟਰੀ ਨੇਤਾ ਦੇ ਰੂਪ ਵਿੱਚ ਕੀ ਜ਼ਿੰਮੇਵਾਰੀਆਂ ਨਿਭਾਈਆਂ? ਉੱਤਰ। ਸਰੋਜਨੀ ਨਾਇਡੂ ਨੇ ਆਜ਼ਾਦੀ ਸੰਗਰਾਮ ਵਿੱਚ ਵੱਧ ਚੜ੍ਹ ਕੇ ਭਾਗ ਲਿਆ। ਉਹਨਾਂ ਨੇ ਲੂਣ ਸੱਤਿਆਗ੍ਰਹਿ ਦੀ ਸਫਲਤਾ ਲਈ ਦਿਨ ਰਾਤ ਲਗਾ ਦਿੱਤਾ। ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਵੀ ਵਧੀਆ ਕੰਮ ਕੀਤਾ ਤੇ ਉੱਤਰ ਪ੍ਰਦੇਸ਼ ਦੀ ਗਵਰਨਰ ਵਜੋਂ ਵੀ ਵਧੀਆ ਕੰਮ ਕੀਤਾ। ਅੱਗੇ ਹੇਠਾਂ ਲਿਖੀਆਂ ਖਾਲੀ ਥਾਵਾਂ ਦੀ ਪੂਰਤੀ ਖਾਨੇ ਵਿੱਚੋਂ ਸਹੀ ਸ਼ਬਦ ਚੁਣ ਕੇ ਕਰੋ। ਸ਼ਬਦ ਦਿੱਤੇ ਹਨ: ਮਹਾਤਮਾ ਗਾਂਧੀ, ਸੁਰੀਲੀ, ਲੂਣ ਸੱਤਿਆਗ੍ਰਹਿ, ਜਾਦੂਗਰਨੀ, ਕਿਤਾਬਾਂ। ਊੜਾ। ਸਰੋਜਨੀ ਨਾਇਡੂ ਦੀ ਆਵਾਜ਼ ਬਹੁਤ ਖਲਥਾਂ ਸੀ। ਸੁਰੀਲੀ। ਆੜਾ। ਸਰੋਜਨੀ ਨਾਇਡੂ ਨੂੰ ਖਲਥਾਂ ਨਾਲ ਬਹੁਤ ਪਿਆਰ ਸੀ। ਕਿਤਾਬਾਂ। ਈੜੀ। ਸਰੋਜਨੀ ਨਾਇਡੂ ਨੂੰ ਸ਼ਬਦਾਂ ਦੀ ਖਲਥਾਂ ਕਿਹਾ ਜਾਂਦਾ ਸੀ। ਜਾਦੂਗਰਨੀ। ਸੱਸਾ ਡੈਸ਼ ਨਾਲ ਮੁਲਾਕਾਤ ਨੇ ਸਰੋਜਨੀ ਨਾਇਡੂ ਦੇ ਜੀਵਨ ਦਾ ਉਦੇਸ਼ ਬਦਲ ਦਿੱਤਾ। ਮਹਾਤਮਾ ਗਾਂਧੀ। ਸਰੋਜਨੀ ਨਾਇਡੂ ਨੇ ਗਾਂਧੀ ਜੀ ਦੁਆਰਾ ਚਲਾਏ ਖਲਥਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ। ਲੂਣ ਸੱਤਿਆਗ੍ਰਹਿ। ਹੇਠਾਂ ਲਿਖੇ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਕਰੋ। ਪਹਿਲਾ ਸ਼ਬਦ ਹੈ ਰਾਸ਼ਟਰੀ। ਸਰੋਜਨੀ ਨਾਇਡੂ ਰਾਸ਼ਟਰੀ ਨੇਤਾ ਸੀ। ਉਪਾਧੀ। ਸਰੋਜਨੀ ਨਾਇਡੂ ਨੂੰ ਭਾਰਤ ਦੀ ਕੋਇਲ ਵੀ ਕਿਹਾ ਜਾਂਦਾ ਹੈ, ਇਸ ਲਈ ਉਹਨਾਂ ਨੂੰ ਇਹ ਉਪਾਧੀ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ। ਹੇਠਾਂ ਲਿਖੀਆਂ ਖਾਲੀ ਥਾਵਾਂ ਦੀ ਪੂਰਤੀ ਖਾਨੇ ਵਿੱਚੋਂ ਸਹੀ ਸ਼ਬਦ ਚੁਣ ਕੇ ਕਰੋ। ਊੜਾ। ਸਰੋਜਨੀ ਨਾਇਡੂ ਦੀ ਆਵਾਜ਼ ਖਲਥਾਂ ਸੀ। ਸੁਰੀਲੀ। ਸਰੋਜਨੀ ਨਾਇਡੂ ਨੂੰ ਖਲਥਾਂ ਨਾਲ ਬਹੁਤ ਪਿਆਰ ਸੀ। ਕਿਤਾਬਾਂ। ਈੜੀ। ਸਰੋਜਨੀ ਨਾਇਡੂ ਨੂੰ ਸ਼ਬਦਾਂ ਦੀ ਖਲਥਾਂ ਕਿਹਾ ਜਾਂਦਾ ਸੀ। ਜਾਦੂਗਰਨੀ। ਸੱਸਾ। ਖਲਥਾਂ ਨਾਲ ਮੁਲਾਕਾਤ ਨੇ ਸਰੋਜਨੀ ਨਾਇਡੂ ਦੇ ਜੀਵਨ ਦਾ ਉਦੇਸ਼ ਬਦਲ ਦਿੱਤਾ। ਮਹਾਤਮਾ ਗਾਂਧੀ। ਹਾਹਾ। ਸਰੋਜਨੀ ਨਾਇਡੂ ਨੇ ਗਾਂਧੀ ਜੀ ਦੁਆਰਾ ਚਲਾਏ ਖਲਥਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ। ਲੂਣ ਸੱਤਿਆਗ੍ਰਹਿ। ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਕਰੋ। ਸ਼ਬਦ ਰਾਸ਼ਟਰੀ। ਸਰੋਜਨੀ ਨਾਇਡੂ ਰਾਸ਼ਟਰੀ ਨੇਤਾ ਸੀ। ਵਿਗਿਆਨੀ। ਵਿਗਿਆਨੀ ਵਿਗਿਆਨ ਦੇ ਖੇਤਰ ਵਿੱਚ ਕੰਮ ਕਰਦੇ ਹਨ। ਸੰਘਰਸ਼। ਸਰੋਜਨੀ ਨਾਇਡੂ ਨੇ ਆਪਣੀ ਸਾਰੀ ਜ਼ਿੰਦਗੀ ਕਾਫੀ ਸੰਘਰਸ਼ ਕੀਤਾ। ਰਾਜਨੀਤਿਕ। ਸਰੋਜਨੀ ਨਾਇਡੂ ਨੇ ਰਾਜਨੀਤਿਕ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ। ਅੱਗੇ ਹੇਠਾਂ ਦਿੱਤੇ ਵਾਕਾਂ ਵਿੱਚੋਂ ਸਹੀ ਵਾਕ ਅੱਗੇ ਸਹੀ ਅਤੇ ਗਲਤ ਅੱਗੇ ਗਲਤ ਦਾ ਨਿਸ਼ਾਨ ਲਗਾਓ। ਊੜਾ। ਸਰੋਜਨੀ ਨਾਇਡੂ ਇੱਕ ਪ੍ਰਸਿੱਧ ਕਵਿੱਤਰੀ ਅਤੇ ਰਾਸ਼ਟਰੀ ਨੇਤਾ ਸੀ। ਸਹੀ। ਆੜਾ। ਸਰੋਜਨੀ ਨਾਇਡੂ ਆਪਣੇ ਮਾਤਾ ਪਿਤਾ ਦੀ ਇਕਲੌਤੀ ਧੀ ਸੀ। ਗਲਤ। ਈੜੀ। ਸਰੋਜਨੀ ਨਾਇਡੂ ਵਿਗਿਆਨੀ ਬਣਨਾ ਚਾਹੁੰਦੀ ਸੀ। ਗਲਤ। ਲੋਕ ਸਰੋਜਨੀ ਨਾਇਡੂ ਨੂੰ ਸ਼ਬਦਾਂ ਦੀ ਜਾਦੂਗਰਨੀ ਆਖਦੇ ਸਨ। ਸਹੀ। ਹਾਹਾ। ਸਰੋਜਨੀ ਨਾਇਡੂ ਨੇ ਪਰਿਵਾਰਕ ਜ਼ਿੰਮੇਵਾਰੀਆਂ ਸਹੀ ਨਹੀਂ ਨਿਭਾਈਆਂ। ਗਲਤ। ਵਿਆਕਰਨ ਅਭਿਆਸ। ਹੇਠਾਂ ਲਿਖੇ ਸ਼ਬਦਾਂ ਦੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ। ਕਵਿਤਾਵਾਂ ਲਿਖਣ ਵਾਲੀ ਇਸਤਰੀ ਕਵਿੱਤਰੀ। ਗੀਤ ਗਾਉਣ ਵਾਲੀ ਇਸਤਰੀ ਗਾਇਕਾ। ਸਾਹਿਤ ਰਚਨ ਕਰਨ ਵਾਲਾ ਸਾਹਿਤਕਾਰ। ਦੇਸ਼ ਦੀ ਆਜ਼ਾਦੀ ਤੇ ਵਿਕਾਸ ਲਈ ਯੋਗ ਦੇਣ ਵਾਲਾ ਦੇਸ਼ ਭਗਤ। ਰਾਜ ਸਰਕਾਰ ਦਾ ਮੁਖੀ
ਗਵਰਨਰ। ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ। ਸ਼ਬਦ ਬਚਪਨ, ਵਿਰੋਧੀ ਸ਼ਬਦ ਬੁਢਾਪਾ। ਪਿਆਰ, ਨਫ਼ਰਤ। ਵਿਸਤ੍ਰਿਤ, ਸੰਖੇਪ। ਸੁਚੱਜਾ, ਕੁਚੱਜਾ। ਵਿਸ਼ਾਲ, ਸੰਕੁਚਿਤ। ਬੱਚਿਓ, ਇਹ ਤੁਹਾਡਾ ਅਭਿਆਸ ਸੀ। ਧੰਨਵਾਦ।